ਜਸਪਤ ਰਾਏ ਦਾ ਸਿੰਘਾਂ ਦੇ ਗਲ ਪੈਣਾ ਤੇ ਉਸ ਦੀ ਮੌਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਤ ਰਾਏ ਇਸ ਵੇਲੇ ਏਮਨਾਬਾਦ ਦਾ ਫੌਜਦਾਰ ਸੀ। ਜ਼ਕਰੀਆ ਖਾਨ ਜਦ ਲਾਹੌਰ ਦਾ ਹਾਕਮ ਬਣਿਆ ਸੀ, ਇਸ ਨੇ ਜਸਪਤ ਰਾਏ ਨੂੰ ਜਲੰਧਰ ਦੁਆਬ ਦੀ ਫੌਜਦਾਰੀ ਤੋਂ ਹਟਾ ਕੇ ਇਸ ਦੀ ਜਗ੍ਹਾ ਅਦੀਨਾ ਬੇਗ ਖਾਨ ਨੂੰ ਲਾ ਦਿੱਤਾ ਅਤੇ ਜਸਪਤ ਰਾਏ ਨੂੰ ਏਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ। ਜਸਪਤ ਰਾਏ ਆਪਣੇ ਆਕਾ ਪ੍ਰਤੀ ਨਮਕ ਹਲਾਲੀ ਦਾ ਹੱਦੋਂ ਵੱਧ ਕੇ ਸਬੂਤ ਦੇਣ ਲਈ ਸਿੰਘਾਂ ਉੱਤੇ ਮੌਤ ਦੀ ਘਟਾ ਬਣ ਕੇ ਵਸ ਰਿਹਾ ਸੀ। ਹੁਣ ਜਦੋਂ ਜਹੀਆ ਖਾਨ ਦਾ ਨਵਾਂ ਹੁਕਮ ਦੀਵਾਨ ਲਖਪਤ ਰਾਏ ਰਾਹੀਂ ਪੁੱਜਾ ਤਾਂ ਉਹ ਹੋਰ ਸਰਗਰਮ ਹੋ ਗਿਆ। ਉਸਨੇ ਰਾਵੀ ਦੇ ਝੱਲ ਝਾੜਨੇ ਸ਼ੁਰੂ ਕੀਤੇ ਤੇ ਸਿੰਘਾਂ ਦਾ ਇੱਕ ਜਥਾ ਜੋ ਝੱਲੋ ਝੱਲ ਪਹਾੜ ਨੂੰ ਜਾ ਰਿਹਾ ਸੀ, ਜਸਪਤ ਉਸ ਦੇ ਮਗਰ ਲੱਗ ਪਿਆ। ਇੱਕਾ ਦੁੱਕਾ ਝੜਪਾਂ ਬਾਅਦ ਉਸਨੇ ਜਥੇ ਨੂੰ ਝੱਲੋਂ ਕੱਢ ਕੇ ਏਮਨਾਬਾਦ ਦੇ ਰੁੱਖ ਵੱਲ ਨੂੰ ਧੱਕ ਦਿੱਤਾ। ਜਸਪਤ ਰਾਏ ਜਥੇ ਦਾ ਪਿੱਛਾ ਨਾ ਕਰ ਸਕਿਆ ਤੇ ਖੁਖਰਾਨ ਪਿੰਡ ਆਣ ਡੇਰੇ ਲਾਏ। ਇੱਥੇ ਇੱਕ ਤਾਂ ਇਹ ਮਾਲੀਆ ਉਗਰਾਉਣ ਲੱਗ ਪਿਆ ਤੇ ਦੂਸਰੀ ਵਿਉਂਤ ਇਹ ਬਣਾਈ ਕਿ ਜੇ ਮਾਝੇ ਵੱਲੋਂ ਕੋਈ ਜਥਾ ਰਾਵੀ ਟੱਪ ਕੇ ਇਸ ਪਾਸੇ ਨੂੰ ਚੜੇ ਤਾਂ ਝੱਲ ਚੋਂ ਨਿਕਲਦਿਆਂ ਹੀ ਘੇਰ ਕੇ ਮਾਰ ਦੇਵੇ ਜਾਂ ਫੜ ਲਵੇ। ਨਾਲ ਹੀ ਚਨਾਬ ਵਾਲੇ ਪਾਸਿਓਂ ਸਿੰਘਾਂ ਨੂੰ ਮਾਰ ਧਾੜ ਲਈ ਲਾਹੌਰ ਵੱਲ ਨੂੰ ਨਾ ਵਧਣ ਦਿੱਤਾ ਜਾਵੇ। ਖੁਖਰਾਨ ਪਿੰਡ ਵਿਖੇ ਬੈਠੇ ਜਸਪਤ ਰਾਏ ਨੂੰ ਗੋਂਦਲਾ ਵਾਲੇ ਪਿੰਡ ਦੇ ਇੱਕ ਵਸਨੀਕ ਨੇ ਖਬਰ ਦਿੱਤੀ ਕਿ ਸਿੰਘਾਂ ਦਾ ਇੱਕ ਤਕੜਾ ਜਥਾ ਇਸ ਪਾਸੇ ਆਇਆ ਹੈ ਤੇ ਖੁਖਰਾਨ ਤੇ ਗੋਂਦਲਾ ਵਾਲੇ ਪਿੰਡ ਦੇ ਚਰਦੇ ਇਜੜਾਂ ਚੋਂ ਬੱਕਰੇ ਹਿੱਕ ਕੇ ਲੈ ਗਿਆ ਹੈ। ਇਸ ਵੇਲੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਲਾਗੇ ਬੈਠੇ ਬੱਕਰੇ ਭੁੰਨ ਭੁੰਨ ਛਕ ਰਿਹਾ ਹੈ। ਕਾਫੀ ਬੱਕਰੇ ਉਹਨਾਂ ਦੇ ਪਾਸ ਸਾਡੇ ਫੜੇ ਹੋਏ ਹਨ। ਜਸਪਤ ਰਾਏ ਨੇ ਆਪਣੇ ਕੁਝ ਸਵਾਰ ਇਹ ਹੁਕਮ ਦੇ ਕੇ ਭਜਾਏ ਕਿ ਬੱਕਰੇ ਖੋਹ ਲਏ ਜਾਣ ਤੇ ਉਹਨਾਂ ਨੂੰ ਮਾਰ ਕੇ ਉੱਥੋਂ ਉਠਾ ਦਿੱਤਾ ਜਾਵੇ। ਇਹ ਦਸਤਾ ਰੋੜੀ ਸਾਹਿਬ ਵਿਖੇ ਪੁੱਜਾ ਤਾਂ ਸਿੰਘਾਂ ਦੇ ਗਲ ਤਾਂ ਨਾ ਪਿਆ, ਪਰ ਇਸ ਦੇ ਸੈਨਿਕ ਮੁਖੀ ਨੇ ਸਿੰਘਾਂ ਨੂੰ ਕਿਹਾ ਭਲਾ ਇਸੇ ਵਿੱਚ ਹੈ ਕਿ ਫੜੇ ਹੋਏ ਬੱਕਰੇ ਤੁਰੰਤ ਵਾਪਸ ਕਰ ਦਿਓ ਤੇ ਨਾਲ ਹੀ ਡੇਰਾ ਡੰਡਾ ਚੁੱਕ ਕੇ ਚੱਲਦੇ ਬਣੋ। ਫੌਜਦਾਰ ਸਾਹਿਬ ਦਾ ਇਹ ਹੁਕਮ ਹੈ। ਸਿੰਘਾਂ ਨੇ ਉੱਤਰ ਦਿੱਤਾ ਕਿ ਬੱਕਰੇ ਜਿੱਥੇ ਤੁਹਾਨੂੰ ਦਿਸਦੇ ਹਨ ਬੇਸ਼ੱਕ ਫੜ ਲਓ, ਸਾਨੂੰ ਕੋਈ ਉਜ਼ਰ ਨਹੀਂ। ਦੀਵਾਨ ਸਾਹਿਬ ਨੂੰ ਜਾ ਕੇ ਕਹਿ ਦਿਓ ਕਿ ਅਸੀਂ ਕਈ ਦਿਨਾਂ ਤੋਂ ਕੜਾਕੇ ਤੇ ਹਾਂ, ਭਾਵ ਲੰਗਰ ਛਕੇ ਤੋਂ ਕਈ ਦਿਨ ਹੋ ਗਏ ਹਨ, ਹਾਕੇ ਵਿੱਚ ਹਾਂ ਅਤੇ ਲੰਗਰ ਛਕ ਕੇ ਚਲੇ ਜਾਵਾਂਗੇ। ਅਸੀਂ ਉਸ ਦੇ ਇਲਾਕੇ ਵਿੱਚ ਕੋਈ ਲੁੱਟ ਮਾਰ ਨਹੀਂ ਕੀਤੀ ਤੇ ਨਾ ਹੀ ਸਾਡਾ ਕੋਈ ਇਰਾਦਾ ਹੀ ਹੈ। ਸਾਡੇ ਵੱਲੋਂ ਭਰੋਸਾ ਰੱਖੋ, ਇੱਥੇ ਰਾਤ ਹੀ ਕੱਟਣੀ ਹੈ, ਸਵੇਰੇ ਅਸਾਂ ਆਪਣੇ ਆਪ ਹੀ ਚਾਲੇ ਪਾ ਜਾਣੇ ਹਨ। ਇਸ ਸੈਨਿਕ ਦਸਤੇ ਨੇ ਜਦ ਵਾਪਸ ਆ ਕੇ ਇਹ ਸਭ ਕੁਝ ਜਸਪਤ ਰਾਏ ਨੂੰ ਦੱਸਿਆ ਤਾਂ ਉਹ ਸੱਟ ਖਾਧੇ ਸੱਪ ਵਾਂਗ ਵਿਸ ਘੋਲਣ ਲੱਗਾ। ਉਸ ਦੇ ਹੁਕਮ ਕਰਕੇ ਇਲਾਕੇ ਦੇ ਸਾਰੇ ਚੌਧਰੀ ਆਪਣੀਆਂ ਛੇੜਾਂ ਸਣੇ ਉਸ ਦੇ ਨਾਲ ਸਨ ਤੇ ਚੱਠਿਆਂ ਤੇ ਸਵਾਰ ਤੇ ਪਿਆਦਾ ਫੌਜ ਵੀ ਉਸ ਨਾਲ ਸ਼ਾਮਲ ਸੀ। ਸ਼ੇਰਾ ਚੌਧਰੀ ਸਭ ਤੋਂ ਅੱਗੇ ਸੀ। ਉਸ ਨੇ ਗਾਜ਼ੀ ਬਣ ਕੇ ਸਿੰਘਾਂ ਵਿਰੁੱਧ ਮਰ ਮਿਟਣ ਲਈ ਸਿਰ ਤੇ ਕਫਨ ਬੱਧਾ ਹੋਇਆ ਸੀ। ਇਹ ਸਾਰਾ ਢਿਮ ਢਾਣਾ ਐਲੀ ਐਲੀ ਕਰਦਾ ਰੋੜੀ ਸਾਹਿਬ ਵਿਖੇ ਸਿੰਘਾਂ ਉੱਤੇ ਜਾ ਪਿਆ। ਸਿੰਘਾਂ ਨੂੰ ਕਈਆਂ ਦਿਨਾਂ ਦੇ ਕੜਾਕੇ ਪਿੱਛੋਂ ਮਸਾਂ ਕੁਝ ਖਾਣ ਨੂੰ ਲੱਭਾ ਸੀ, ਪਰ ਵੈਰੀ ਨੇ ਸਾਹ ਨਾ ਲੈਣ ਦਿੱਤਾ ਤੇ ਉਹ ਪੇਟ ਨਾ ਭਰ ਸਕੇ। ਸਿੰਘਾਂ ਨੇ ਮਤਾ ਪਾਸ ਕੀਤਾ ਕਿ ਗੁਰੂ ਅਸਥਾਨ ਤੇ ਖੂਨ ਖਰਾਬਾ ਨਾ ਹੋਣ ਦਿੱਤਾ ਜਾਵੇ, ਪਰ ਜਸਪਤ ਰਾਏ ਬਹੁਤ ਬਿਫਰਿਆ ਹੋਇਆ ਸੀ। ਉਸ ਨੇ ਰੋੜੀ ਸਾਹਿਬ ਨੂੰ ਘੇਰਾ ਪਾ ਲਿਆ ਤੇ ਆਪਣੀ ਫੌਜ, ਚੱਠਿਆਂ ਦੀ ਫੌਜ ਤੇ ਚੌਧਰੀਆਂ ਦੀਆਂ ਛੇੜਾਂ ਦੀ ਬੇਸ਼ੁਮਾਰ ਗਿਣਤੀ ਨੇ ਉਸ ਦਾ ਸਿਰ ਹੋਰ ਵੀ ਫੇਰ ਦਿੱਤਾ ਸੀ। ਉਹ ਚਾਹੁੰਦਾ ਸੀ ਕਿ ਸਾਰੇ ਸਿੰਘਾਂ ਨੂੰ ਜਿਉਂਦਾ ਫੜ ਕੇ ਲਾਹੌਰ ਪਹੁੰਚਾਵੇ ਤੇ ਇਸ ਤਰ੍ਹਾਂ ਆਪਣੀ ਤਾਕਤ ਦੀ ਧਾਂਕ ਬਿਠਾ ਦੇਵੇ। ਇਕੱਲਾ ਇੱਕ ਚੀਤਾ ਹਰਨਾਂ ਦੀ ਪੂਰੀ ਡਾਰ ਨੂੰ ਅੱਗੇ ਲਾ ਕੇ ਭਜਾ ਸਕਦਾ, ਪਰ ਹਰਨਾਂ ਦੀਆਂ ਡਾਰਾਂ ਰਲ ਕੇ ਇੱਕ ਚੀਤੇ ਨੂੰ ਵੀ ਨਹੀਂ ਘੇਰ ਸਕਦੀਆਂ। ਮਾਰ ਲੈਣਾ ਤਾਂ ਇੱਕ ਪਾਸੇ ਰਿਹਾ, ਸਿੰਘਾਂ ਦੇ ਪਾਸਾ ਕਰਨ ਨੂੰ ਉਹ ਆਪਣੀ ਤਾਕਤ ਸਮਝ ਬੈਠਾ, ਜੋ ਉਸ ਦੀ ਭੁੱਲ ਸੀ। ਸਿੰਘਾਂ ਉਥੋਂ ਨਿਕਲ ਜਾਣਾ ਹੀ ਚੰਗਾ ਸਮਝਿਆ। ਸੋ ਇੱਕ ਪਾਸੇ ਨੂੰ ਤੇਗਾਂ ਸੂਦ ਕੇ
ਤੇ ਨੇਜੇ ਉਲਾਰ ਕੇ ਪੈ ਗਏ ਤੇ ਘੇਰਾ ਤੋੜ ਕੇ ਨਿਕਲ ਗਏ। ਜਸਪਤ ਰਾਏ ਦੀ ਫੌਜ ਨੇ ਉਹਨਾਂ ਨੂੰ ਰੋੜੀ ਸਾਹਿਬ ਤੋਂ ਦੂਰ ਧੱਕ ਦਿੱਤਾ। ਹਨੇਰਾ ਹੋ ਜਾਣ ਕਾਰਨ ਲੜਾਈ ਮੱਠੀ ਪੈ ਗਈ ਤੇ ਸਿੰਘ ਧੱਕੀ ਦੇ ਧਕੀਂਦੇ ਬੱਦੋ ਕੀ ਗੁਸਾਈ ਮਨੋਹਰ ਦਾਸ ਪਿੰਡ ਲਾਗੇ ਅੱਪੜੇ ਤੇ ਇਸ ਦੇ ਲਾਗੇ ਹੀ ਜੋ ਗੁਸਾਈਆਂ ਦੀ ਝਿੜੀ ਸੀ ਉਸ ਵਿੱਚ ਸਿਰ ਜਾ ਲੁਕਾਇਆ। ਰਾਤ ਨਿਕਲੀ, ਦਿਨ ਚੜ੍ਹਿਆ। ਸਿੰਘਾਂ ਸਮਝਿਆ ਕਿ ਜਸਪਤ ਰਾਏ ਮਗਰੋਂ ਲੈ ਗਿਆ ਹੋਵੇਗਾ, ਪਰ ਉਹ ਤਾਂ ਵਾੜ ਦੇ ਛਾਪੇ ਵਾਂਗ ਨਾਲ ਚਿੰਬੜਿਆ ਸੀ। ਇਸ ਸਮੇਂ ਕਣਕਾਂ ਨਿਸਰੀਆਂ ਹੋਈਆਂ ਸਨ। ਇਸ ਤੋਂ ਅਨੁਮਾਨ ਕੀਤਾ ਜਾ ਸਕਦਾ ਇਹ ਘਟਨਾ ਫੱਗਣ ਦੇ ਏੜ ਗੇੜ ਦੀ ਹੋਏਗੀ, ਜਨਵਰੀ ਫਰਵਰੀ 1746 ਈਸਵੀ। ਪੇਟ ਨੂੰ ਝੁਲਕਾ ਦੇਣ ਦੇ ਆਰ ਵਿੱਚ ਸਿੰਘਾਂ ਨੇ ਟਿੰਡਾਂ ਵਿੱਚ ਘਾਹ ਫੂਸ ਪਾ ਕੇ ਉਬਾਲਣ ਲਈ ਧਰਿਆ ਹੀ ਸੀ ਕਿ ਵੈਰੀ ਸਿਰ ਤੇ ਆ ਕੜ ਗਿਆ। ਮਰਦਾ ਬੰਦਾ ਕੀ ਨਹੀਂ ਕਰਦਾ। ਉਹਨਾਂ ਸੋਚਿਆ ਭੁੱਖੇ ਮਰਨ ਨਾਲੋਂ ਲੜ ਕੇ ਕਿਉਂ ਨਾ ਮਰੀਏ, ਸੋ ਟੁੱਟ ਕੇ ਜਸਪਤ ਰਾਏ ਦੇ ਲਸ਼ਕਰ ਉੱਤੇ ਜਾ ਪਏ। ਜਸਪਤ ਰਾਏ ਹਾਥੀ ਉੱਤੇ ਚੜਿਆ ਹੋਇਆ ਫੌਜ ਨੂੰ ਲਲਕਾਰਦਾ ਹੋਇਆ ਵੱਧਦਾ ਆ ਰਿਹਾ ਸੀ, ਪਰ ਗਾਂਡਵੀਆਂ ਧਾੜਾਂ ਨੇ ਸਿਰਲੱਥ ਸੂਰਮਿਆਂ ਅੱਗੇ ਕੀ ਅੜਨਾ ਹੋਇਆ। ਪਹਿਲੇ ਹੱਲੇ ਹੀ ਜਾਨਾਂ ਬਚਾਉਣ ਲਈ ਭੱਜ ਨਿਕਲੇ। ਦੀਵਾਨ ਨੂੰ ਆਪਣੀ ਜਾਨ ਦੀ ਪੈ ਗਈ। ਦੀਵਾਨ ਦੇ ਲਾਮ ਲਸ਼ਕਰ ਨੂੰ ਭਾਜੜ ਪਈ ਵੇਖ ਕੇ ਭਾਈ ਨਿਬਾਹੂ ਸਿੰਘ ਨਾਮ ਦਾ ਇੱਕ ਰੰਗਰੇਟਾ ਸਿੰਘ ਉਸ ਦੇ ਹਾਥੀ ਦੀ ਪੂਛਲ ਫੜ ਕੇ ਹਾਥੀ ਤੇ ਚੜ ਗਿਆ ਤੇ ਤੇਗ ਦੇ ਇੱਕ ਹੀ ਵਾਰ ਨਾਲ ਦੀਵਾਨ ਜਸਪਤ ਰਾਏ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ। ਦੀਵਾਨ ਦੇ ਸ਼ਸਤਰ, ਜੇਵਰ ਤੇ ਹੋਰ ਕੀਮਤੀ ਮਾਲ ਮੱਤਾ ਜੋ ਹੋਦੇ ਵਿੱਚ ਸੀ ਥੱਲੇ ਸੁੱਟ ਦਿੱਤਾ ਤੇ ਫਿਰ ਸਿਰ ਲੈ ਕੇ ਹੇਠਾਂ ਉਤਰ ਆਇਆ। ਗਣੇਸ਼ ਦਾਸ ਵਡੇਰਾ ਆਪਣੀ ਪੁਸਤਕ ਚਹਾਰ ਬਾਗੇ ਪੰਜਾਬ ਫਾਰਸੀ ਵਿੱਚ ਉਸ ਦਾ ਮਾਰੇ ਜਾਣਾ ਇੰਜ ਦੱਸਦਾ ਹੈ। ਆਖਰ ਆਪ ਵੀ ਜਸਪਤ ਰਾਏ ਇਸ ਫਿਰਕੇ ਦੇ ਹੱਥੋਂ ਪਿੰਡ ਬੱਦੋ ਕੀ ਗੁਸਾਈ ਮਨੋਹਰ ਦਾਸ ਦੇ ਲਾਗੇ ਸਿੰਘਾਂ ਦੇ ਮੁਕਾਬਲੇ ਵਿੱਚ ਜਾਨ ਕੁਰਬਾਨ ਕਰ ਗਿਆ। ਕਿਸੇ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਸ਼ਿਕਾਰੀ ਹਰ ਵਾਰ ਸ਼ਿਕਾਰ ਮਾਰ ਲਿਆਵੇ, ਸੰਭਵ ਹੈ ਇੱਕ ਦਿਨ ਚੀਤਾ ਉਸ ਨੂੰ ਪਾੜ ਸੁੱਟੇ। ਬੱਦੋ ਕੀ ਗੁਸਾਈਆਂ ਦੇ ਬਾਬਾ ਕਿਰਪਾ ਰਾਮ ਦੇ ਮੰਗਣ ਤੇ ਜਸਪਤ ਰਾਏ ਦਾ ਸਿਰ ਸਿੰਘਾਂ ਨੇ ਉਸ ਨੂੰ ਦੇ ਦਿੱਤਾ, ਜਿਸ ਦੇ ਬਦਲੇ ਬਾਬਾ ਕਿਰਪਾ ਰਾਮ ਨੇ ਉਹਨਾਂ ਨੂੰ 500 ਰੁਪਏ ਰਸਦ ਪਾਣੀ ਲਈ ਭੇਟ ਕੀਤੇ। ਉਸ ਨੇ ਉਸ ਦਾ ਸੰਸਕਾਰ ਕਰ ਦਿੱਤਾ। ਇੰਜ ਜਾਪਦਾ ਹੈ ਕਿ ਇਹ ਬਾਬਾ ਕਿਰਪਾ ਰਾਮ ਇਮਨਾਬਾਦ ਦੇ ਦੀਵਾਨਾਂ ਦੇ ਗੁਰੂ ਗੁਸਾਈਆਂ ਵਿੱਚੋਂ ਹੋਣਾ ਹੈ। ਆਮ ਇਤਿਹਾਸਕਾਰਾਂ ਨੇ ਟਪਲਾ ਖਾਧਾ ਤੇ ਲਿਖਿਆ ਹੈ ਕਿ ਸਿੰਘਾਂ ਦੇ ਜਥੇ ਨੇ ਦੀਵਾਨ ਜਸਪਤ ਰਾਏ ਨੂੰ ਖਾਸ ਇਮਨਾਬਾਦ ਮਾਰਿਆ ਹੈ। ਇਹ ਗੱਲ ਠੀਕ ਨਹੀਂ ਹੈ। ਸੱਚ ਇਹ ਹੈ ਕਿ ਜਸਪਤ ਰਾਏ ਬੱਦੋ ਕੀ ਗੁਸਾਈਆਂ ਦੀ ਝਿੜੀ ਵਿੱਚ ਮਾਰਿਆ ਗਿਆ ਸੀ, ਜਿੱਥੇ ਉਸ ਦੇ ਭਰਾ ਲਖਪਤ ਰਾਏ ਨੇ ਉਸ ਦੀ ਸਮਾਧ ਬਣਵਾਈ ਹੋਈ ਹੈ। ਉਸ ਦੀ ਸਮਾਧ ਤੇ ਖੂਹ ਅਜੇ ਤੱਕ ਕਾਇਮ ਹੈ। ਨੋਟ: ਪਾਕਿਸਤਾਨ ਬਣ ਜਾਣ ਪਿੱਛੋਂ ਇਸ ਝਿੜੀ ਦਾ ਨਕਸ਼ਾ ਪਹਿਲਾਂ ਵਾਲਾ ਨਹੀਂ ਰਿਹਾ, ਕਾਫੀ ਬਦਲ ਚੁੱਕਿਆ ਹੈ, ਪਰ ਸਮਾਧ ਤੇ ਖੂਹ ਵਾਲੀ ਯਾਦਗਾਰ ਇਨ ਬਿਨ ਮੌਜੂਦ ਹੈ। ਸਾਂਭ ਨਾ ਹੋਣ ਕਰਕੇ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਪਹਿਲਾ ਘੱਲੂਘਾਰਾ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਜੇ ਆਪ ਜੀ ਨੂੰ ਇਹ ਵਿਚਾਰ ਚੰਗਾ ਲੱਗਾ ਹੈ ਤੇ ਹੋਰਨਾਂ ਨਾਲ ਵੀ ਸਾਂਝਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।